ਸੁਣਾਓ ਸਾਰੇ ਵੀਰਾਂ ਦਾ ਕੀ ਹਾਲ ਚਾਲ। ਸੌਰੀ ਥੋੜੇ ਜਿਹੇ ਦਿਨ ਪਾਸੇ ਰਿਹਾ ਮੈਂ। ਹੋਰ ਸੁਣਾਓ ਸਾਰੇ ਵਧੀਆ ਠੀਕ ਠਾਕ। ਗੱਲ ਕਰਨੀ ਸੀ PM ਇਮਰਾਨ ਖਾਨ ਦੀ USA ਜਿਹੜੀ ਫੇਰੀ ਆ ਉਹਦੇ ਤੇ PM ਇਮਰਾਨ ਖਾਨ ਨੇ ਜੇ ਪੰਜਾਬੀ ਦੇ ਵਿੱਚ ਕਹੀਏ ਨਾ ਵੀ ਜਿਹਨੂੰ ਕਹਿੰਦੇ ਨਾ ਕੁੱਤੀਆਂ ਕੰਧਾਂ ਤੇ ਚੜਾਉਣੀਆਂ, ਉਹ ਗੱਲ ਆ। ਹੁਣ ਮੈਨੂੰ ਨਹੀਂ ਪਤਾ ਮੇਰੀ ਇਹ ਗੱਲ ਕਿਸੇ ਨੂੰ ਚੰਗੀ ਲੱਗੂਗੀ ਜਾਂ ਨਹੀਂ, ਪਰ ਇਹ ਆ ਵੀ ਖਾਨ ਸਾਹਿਬ ਨੇ ਤਸੱਲੀਆਂ ਕਰਾ ਦਿੱਤੀਆਂ। ਮੈਂ ਇਹੋ ਜਿਹਾ ਲੀਡਰ ਪਹਿਲੀ ਵਾਰੀ ਵੇਖਿਆ ਆ ਜਿਹੜਾ ਮੂੰਹ ਤੇ ਆ ਕੇ ਗੱਲਾਂ ਕਰਦਾ ਪਿਆ ਆ। 50 ਮਿੰਟ ਦੀ ਸਪੀਚ ਕੀਤੀ ਖਾਨ ਸਾਹਿਬ ਨੇ, 50 ਮਿੰਟ ਤੋਂ ਕੁਝ ਸੈਕਿੰਡ ਉੱਤੇ। ਉਹਨਾਂ 50 ਸੈਕਿੰਡਾਂ ਦੇ ਵਿੱਚ ਦੁਨੀਆ ਦੇ ਮੂੰਹ ਦੇ ਉੱਤੇ ਉਹ ਚਪੇੜਾਂ ਮਾਰੀਆਂ ਜਿਹੜੀਆਂ ਰਹਿ ਰੱਬ ਦਾ ਨਾਂ। ਤੇ ਚੱਡੀ ਧਾਰੀ ਹੌਡੀ ਮੋਢੀ ਵਾਲੇ ਬਹੁਤ ਇਹਨਾਂ ਨੇ ਸਟੰਟ ਕੀਤਾ ਜੀ। 50,000 ਬੰਦਾ ਇਕੱਠਾ ਕੀਤਾ ਆ ਤੇ ਹੌਡੀ ਮੋਢੀ ਤੇ ਮੋਦੀ ਕਹਿੰਦਾ ਆ ਵੀ ਸਾਰਾ ਕੁਝ ਠੀਕ ਆ ਇੰਡੀਆ ਦੇ ਵਿੱਚ। ਖਾਨ ਸਾਹਿਬ ਨੇ ਇਸ ਤੋਂ ਇਲਾਵਾ ਘੱਟੋ ਘੱਟ 5 ਜਾਂ 6 TV ਚੈਨਲਾਂ ਨਾਲ ਇੰਟਰਵਿਊ ਉਹਨਾਂ ਨੇ ਆਪਦਾ ਪ੍ਰੋਗਰਾਮ ਕੀਤਾ। ਮੋਦੀ ਦੇ ਵਿੱਚ ਇਹ ਯੁਰਤ ਹੈਗੀ ਆ ਵੀ ਮੋਦੀ ਕਿਸੇ ਰਿਪੋਰਟਰ ਨੂੰ ਆ ਕੇ ਫੇਸ ਕਰ ਸਕੇ, ਕਿਸੇ ਦੇ ਸਵਾਲ ਦਾ ਜਵਾਬ ਦੇ ਸਕੇ। ਮੈਂ ਇਹ ਪਹਿਲਾ ਲੀਡਰ ਵੇਖਿਆ ਆ ਜਿਹੜਾ ਜੋ ਸੱਚੀ ਗੱਲ ਆ, ਜੋ ਸੋਵੀਅਤ ਯੂਨੀਅਨ ਨੂੰ ਤੋੜਨ ਵਾਲੀ ਜਿਹੜੀ ਗੱਲ, ਜੋ ਕੁਝ ਵੀ ਉਹਨੇ ਉਹਦੇ ਤੇ ਬੋਲਿਆ, ਦੁਨੀਆ ਨੂੰ ਦੱਸਿਆ ਵੀ ਤੁਸੀਂ ਸਾਨੂੰ ਕਹਿੰਦੇ ਆ ਇਸਲਾਮਿਕ ਟੈਰੋਰਿਜ਼ਮ ਇਹ ਤੁਸੀਂ ਪਹਿਲਾਂ ਸਾਨੂੰ ਯੂਜ਼ ਕੀਤਾ, ਕਿੰਨਾ ਪੈਸਾ ਤੁਸੀਂ ਇਹਦੇ ਤੇ ਲਾਇਆ। ਤੇ ਵੈਸਟ ਸਾਰੇ ਨੇ ਸਣੇ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਦੇ ਮੂੰਹ ਤੇ ਗੱਲ ਕੀਤੀ। 9/11 ਵੀ ਯਾਦ ਕਰਾ ਦਿੱਤਾ ਹੈ ਉਹਨਾਂ ਨੂੰ। ਫਿਰ PM ਨੇ ਗੱਲ ਕੀਤੀ ਵੀ ਤੁਸੀਂ ਕਸ਼ਮੀਰ ਦੇ ਮਸਲੇ ਤੇ ਗੱਲ ਕੀਤੀ, ਸਾਰਾ ਕੁਝ ਦੱਸਿਆ ਵੀ ਕਿੰਨੇ ਹਜ਼ਾਰ ਜਿਹੜੇ ਬੱਚੇ ਆ 12 ਤੋਂ ਲੈ ਕੇ 15-16 ਸਾਲ ਦੀ ਉਮਰ ਤੱਕ ਵੀ ਉਹ ਅਰੈਸਟ ਕਰਕੇ ਉਹਨਾਂ ਦਾ ਪਤਾ ਹੀ ਨਹੀਂਗਾ ਹੈਗਾ ਵੀ ਉਹਨਾਂ ਨੂੰ ਕਿਹੜੀਆਂ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਆ। ਯਾਰ ਮੇਰਾ ਨਾ ਨੈਟਵਰਕ ਕਨੈਕਸ਼ਨ ਥੋੜਾ ਜਿਹਾ ਲੋ ਆ, ਸੌਰੀ ਜੇ ਕਿਸੇ ਨੂੰ ਪ੍ਰੋਬਲਮ ਆਵੇ ਤਾਂ। ਤੇ ਜਾਣੀ ਸਭ ਤੋਂ ਵੱਡੀ ਜਿਹੜੀ ਖਾਨ ਸਾਹਿਬ ਨੇ ਗੱਲ ਕੀਤੀ ਉਹ ਕੀਤੀ RSS ਬਾਰੇ। ਤੇ ਹੌਡੀ ਮੋਢੀ ਵਾਲੇ ਚੱਡੀ ਧਾਰੀ ਸੁਣ ਲੈਣ ਜਿਹੜੇ ਬੜੀਆਂ ਕੱਛਾਂ ਵਜਾਉਂਦੇ ਪਏ ਸੀ ਵੀ ਮੋਦੀ ਦਾ ਬਹੁਤ ਜ਼ਿਆਦਾ ਮਾਣ ਸਨਮਾਨ ਹੋਇਆ ਹੈ ਅਮਰੀਕਾ ਦੇ ਵਿੱਚ। ਮੋਦੀ ਦਾ ਕੋਈ ਮਾਣ ਸਨਮਾਨ ਅਮਰੀਕਨਾਂ ਨੇ ਨਹੀਂ ਕੀਤਾ। ਇਹ ਉਹਦੇ ਜਿਹੜੇ ਹੈਗੇ ਆ ਨਾ ਚੱਡੀ ਧਾਰੀ ਗੈਂਗ ਅਮਰੀਕਾ ਦੇ ਵਿੱਚ, ਜਿਹੜੇ ਆ ਗੁਜਰਾਤੀ ਆ ਜਿਨ੍ਹਾਂ ਨੂੰ ਕੁਛ ਆਨੇ ਦੀ ਵੀ ਨੌਲੇਜ ਨਹੀਂ ਹੈਗੀ, ਉਹ ਲੋਕ ਉੱਥੇ ਆ ਕੇ ਮੋਦੀ ਦੀ ਜੈ ਜੈਕਾਰ ਕਰਦੇ ਪਏ ਸੀ। ਤੇ ਫਿਰ ਉਸ ਤੋਂ ਬਾਅਦ ਕੀ ਗੱਲ ਹੋਈ, ਸੌਰੀ ਯਾਰ ਮੇਰਾ ਨਾ ਕੁਛ ਸਮਥਿੰਗ ਰੋਂਗ ਆ ਤੇ ਕਨੈਕਸ਼ਨ ਲੋ ਆ, ਸੌਰੀ। ਤੇ ਖਾਨ ਸਾਹਿਬ ਨੇ RSS ਦੀ ਗੱਲ ਕੀਤੀ ਤੇ ਲੋਕਾਂ ਨੂੰ ਇਹ ਦੱਸਿਆ, ਐਡੇ ਵੱਡੇ ਮੰਚ ਤੋਂ ਖਲੋ ਕੇ ਦੁਨੀਆ ਹੁਣ ਸਰਚਾਂ ਮਾਰੂਗੀ, ਦੁਨੀਆ ਵੇਖੂਗੀ ਵੀ RSS ਕੀ ਆ। RSS ਦੀਆਂ ਸਾਰੀਆਂ ਵੱਖੀਆਂ ਦੇੜ ਦਿੱਤੀਆਂ 50 ਮਿੰਟਾਂ ਦੇ ਵਿੱਚ। ਖਾਨ ਸਾਹਿਬ ਦਾ ਇੱਕ ਲਫ਼ਜ਼ ਜਿਹੜਾ ਸੀ ਨਾ ਉਹ ਸੁਣਨ ਵਾਲਾ ਸੀ। ਕੋਈ ਵੀ ਇਹੋ ਜਿਹੀ ਗੱਲ ਨਹੀਂ ਕੀਤੀ ਵੀ ਜਿੱਥੇ ਬੰਦਾ ਇਹ ਸੋਚਦਾ ਹੋਵੇ ਵੀ ਖਾਨ ਨੇ ਇੱਥੇ ਆ ਕੇ ਕਿਸੇ ਦੇ ਇੰਟਰਸਟ ਦੇ ਖਿਲਾਫ ਜਾਂ ਵੀ ਬੰਦਾ ਅੱਖ ਨਹੀਂ ਝਮਕ ਸਕਦਾ 50 ਮਿੰਟ ਦੇ ਭਾਸ਼ਣ ਦੇ ਵਿੱਚ। ਤੇ ਹਿੰਦੂਤਵ ਦੀ ਆਈਡੀਓਲੋਜੀ, RSS ਦੀ ਆਈਡੀਓਲੋਜੀ, ਇਹਨਾਂ ਦੇ ਫਾਊਂਡਿੰਗ ਫਾਦਰਾਂ ਦੀਆਂ ਕਰਤੂਤਾਂ, ਸਾਰਾ ਕੁਝ ਦੱਸਿਆ ਵੀ ਕੀ ਸੀ। ਇਹ ਸਭ ਤੋਂ ਵੱਡੀ ਗੱਲ ਕੀਤੀ ਆ ਕਿਉਂਕਿ ਦੁਨੀਆ ਨੂੰ ਤਾਂ ਪਤਾ ਹੀ ਨਹੀਂ। ਦੁਨੀਆ ਨੂੰ ਤਾਂ ਇਹ ਜਿਵੇਂ ਮੋਦੀ ਕਹਿੰਦਾ ਪਿਆ ਸੀ ਵੀ ਅਸੀਂ ਯੁੱਧ ਨਹੀਂ ਦਿੱਤਾ, ਅਸੀਂ ਦੁਨੀਆ ਨੂੰ ਬੁੱਧ ਦਿੱਤਾ ਆ। ਤੇ ਪਰ ਦੁਨੀਆ ਨੂੰ ਇਹ ਨਹੀਂ ਪਤਾ ਵੀ ਬੁੱਧ ਨਾਲ ਬਾਅਦ ਚ ਕੀਤਾ ਕੀ। ਇਹਨਾਂ ਬਾਹਮਣਾ ਨੇ ਬੁੱਧ ਦੇ ਨਾਲ ਬਾਅਦ ਚ ਕੀਤਾ ਕੀ। ਕੋਈ ਬੋਧੀ ਹੈਗਾ ਆ ਹਿੰਦੁਸਤਾਨ ਦੇ ਵਿੱਚ? ਬੋਧੀ ਤਾਂ ਸਾਰੇ ਸਾੜ ਤੇ ਮਾਰਤੇ, ਭਜਾਤੇ ਹਿੰਦੁਸਤਾਨ ਦੇ ਵਿੱਚੋਂ। ਤੇ ਇੰਟਰਨੈਸ਼ਨਲ ਮੰਚਾਂ ਤੇ ਜਾ ਕੇ ਇਹ ਗੱਲਾਂ ਕਰਦਾ ਪਏ ਆ ਵੀ ਹਾਂ ਵੀ ਅਸੀਂ ਬੁੱਧ ਦਿੱਤਾ ਆ ਦੁਨੀਆ ਨੂੰ। ਲੋਕੀ ਦੁਨੀਆ ਹੁਣ ਜਾਣ ਗਈ ਆ ਇਹਦੀ ਸੱਚਾਈ। ਤੇ ਮੋਦੀ ਮੀਡੀਆ, ਗੋਦੀ ਮੀਡੀਆ ਜਿਹੜਾ ਪਿਛਲੀ ਵਿਜ਼ਿਟ ਦੇ ਉੱਤੇ ਇਹ ਲੋਕਾਂ ਨੂੰ ਦੱਸ ਰਿਹਾ ਸੀ ਵੀ ਭਾਈ
ਟਰੰਪ ਦਿਹਾੜੀ ਦੇ ਵਿੱਚ ਇੰਨੇ ਝੂਠ ਬੋਲਦਾ ਆ, ਮਹੀਨੇ ਦੇ ਵਿੱਚ ਇੰਨੇ ਝੂਠ ਬੋਲਦਾ ਆ, ਸਾਲ ਦੇ ਵਿੱਚ ਇੰਨੇ ਝੂਠ ਬੋਲਦਾ ਆ। ਤੇ ਹੁਣ ਉਸੇ ਟਰੰਪ ਦੀਆਂ ਬੜੀਆਂ ਤਾਰੀਫਾਂ ਹੋ ਰਹੀਆਂ ਸੀ ਵੀ ਉਹਨੇ ਕਹਿ ਦਿੱਤਾ ਵੀ ਮੋਦੀ ਦਾ ਜਿਹੜਾ ਆ ਵੀ ਉਹ ਇੰਡੀਆ ਦਾ ਫਾਦਰ ਆ। ਚੱਡੀ ਧਾਰੀਓ, ਇਹ ਫਾਦਰ ਹੋਊਗਾ ਤੁਹਾਡਾ, ਜਨੂਨੀ ਲੋਕਾਂ ਦਾ, ਕਾਤਲਾਂ ਦਾ। ਹੈਂ, ਟਰੰਪ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਆ। ਇਹ ਉਹੀ ਮੋਦੀ ਆ ਜਿਹਨੂੰ ਤੁਸੀਂ 12 ਸਾਲ ਤੁਸੀਂ ਇਹਨੂੰ ਵੀਜ਼ਾ ਨਹੀਂ ਦਿੱਤਾ। ਕਿਉਂ ਨਹੀਂ ਸੀ ਦਿੱਤਾ? ਗੁਜਰਾਤ ਦੇ ਵਿੱਚ ਕਤਲੇਆਮ ਕੀਤਾ ਸੀ। ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਹੁਣ ਇਹਦੀ ਦੂਜੀ ਫੇਰੀ ਆ। ਤੇ ਪਿਛਲੀ ਫੇਰੀ ਤੇ ਟਰੰਪ ਝੂਠਾ ਸੀ, ਇਸ ਫੇਰੀ ਤੇ ਟਰੰਪ ਸੱਚਾ ਹੋ ਗਿਆ। ਦੁਨੀਆ ਨੇ ਸੁਣਿਆ ਆ। ਖਾਨ ਸਾਹਿਬ ਨੂੰ ਮੈਂ ਤਾਂ ਕਹਿੰਦਾ ਮੇਰੀ ਵੀ ਉਮਰ ਲੱਗ ਜਾਏ, ਇਹੋ ਜਿਹਾ ਲੀਡਰ ਜਿਹਦੇ ਵਿੱਚ ਇੰਨੀ ਜੁਰਤ ਹੈਗੀ ਆ ਕੇ ਸਾਰਿਆਂ ਬੰਦਿਆਂ ਦੇ ਮੂੰਹ ਤੇ ਗੱਲ ਕਰਨ ਦੀ, ਸਾਰਿਆਂ ਦਾ ਚਿਹਰਾ ਨੰਗਾ ਕਰ ਦਿੱਤਾ, ਸਾਰਿਆਂ ਨੂੰ ਵਿਖਾ ਦਿੱਤਾ ਵੀ ਤੁਹਾਡੀ ਅਸਲੀਅਤ ਕੀ ਆ। ਅਸਲੀਅਤ ਵੈਸਟਰਨ ਵਰਲਡ ਨੂੰ ਵਿਖਾ ਦਿੱਤੀ ਆ ਵੀ ਤੁਸੀਂ ਕਿੱਥੇ ਯੂਜ਼ ਕਰਦੇ ਆ, ਕੀ ਤੁਸੀਂ ਇਸਲਾਮਿਕ ਟੈਰੋਰਿਜ਼ਮ ਕਹਿੰਦੇ ਆ। ਇੰਨੀ ਜ਼ਬਰਦਸਤ ਸਪੀਚ। ਫਿਰ ਦੂਜੀ ਗੱਲ, ਇਹ 50 ਮਿੰਟ ਦੇ ਵਿੱਚ ਖਾਨ ਸਾਹਿਬ ਦੇ ਭਾਸ਼ਣ ਤੇ ਤਾੜੀਆਂ ਮਾਰਨ ਵਾਲੇ ਨਾ ਗੁਜਰਾਤੀ ਨਹੀਂ ਸੀ ਜਾਂ ਪਾਕਿਸਤਾਨੀ ਨਹੀਂ ਸੀ, ਉਹ ਉੱਥੋਂ ਦੇ ਮੈਂਬਰ ਸੀ। UN ਜਨਰਲ ਅਸੈਂਬਲੀ ਦੇ। ਮੋਦੀ ਨੇ 15 ਮਿੰਟ ਭਾਸ਼ਣ ਕੀਤਾ, ਜੋ ਵੀ ਉਹਨੇ ਬੋਲਿਆ ਕਿਸੇ ਇੱਕ ਟਾਈਮ ਵੀ ਕਲੈਪਿੰਗ ਹੋਈ। ਇੱਥੋਂ ਪਤਾ ਲੱਗਦਾ ਆ ਦੁਨੀਆ ਸਮਝਦੀ ਪਈ ਆ। ਇਹ ਅਜੇ ਹੌਲੀ ਹੌਲੀ ਵੇਖੋ ਅੱਗੇ ਅੱਗੇ ਬਣਦਾ ਕੀ। ਪਰ ਮੈਂ ਬੜਾ ਹੀ ਸ਼ੁਕਰਗੁਜ਼ਾਰ ਆ। ਮਤਲਬ ਮੈਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ ਵੀ ਕਿੰਨੀ ਮਨ ਨੂੰ ਸੰਤੁਸ਼ਟੀ ਹੋਈ ਵੀ ਕਮ ਸੇ ਕਮ ਐਡੇ ਵੱਡੇ ਫੋਰਮ ਤੇ ਆ ਕੇ ਕੋਈ ਬੰਦਾ ਤਾਂ ਇਹਨਾਂ ਦੇ ਖਿਲਾਫ ਬੋਲੇ, ਕੋਈ ਬੰਦਾ ਤਾਂ ਗੱਲ ਕਰੇ। ਦੁਨੀਆ ਨੇ ਤਾਂ ਮੂੰਹ ਦੇ ਵਿੱਚ ਘੁੰਗਣੀਆਂ ਪਾ ਲੀਆਂ ਆ। ਤੇ ਪਾਕਿਸਤਾਨ ਵਾਲਿਓ, ਤੁਸੀਂ ਵੀ, ਤੁਹਾਨੂੰ ਇਹੋ ਜਿਹਾ ਪ੍ਰਾਈਮ ਮਿਨਿਸਟਰ ਨਹੀਂ ਮਿਲ ਸਕਦਾ। ਚੁੱਪ ਕਰਕੇ ਬਹਿਣ ਵਾਲੇ ਤੇ ਹਾਂ ਦੇ ਵਿੱਚ ਹਾਂ ਮਿਲਾਉਣ ਵਾਲੇ ਤਾਂ ਬਹੁਤ ਆ ਜਾਣਗੇ। ਅਜੇ ਤੱਕ ਕਿਸੇ ਵੀ ਲੀਡਰ ਨੇ ਇੰਨੀ ਜ਼ੁਰਤ ਨਹੀਂ ਕੀਤੀ ਜਿਹੜਾ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕੇ। ਮੈਨੂੰ ਨਹੀਂ ਪਤਾ ਤੁਸੀਂ ਉਹ ਜਿਹੜੀਆਂ TV ਚੈਨਲਾਂ ਨਾਲ ਇੰਟਰਵਿਊਜ਼ ਹੋਈਆਂ ਆ ਵੀ ਉਹ ਸੁਣੀਆਂ ਕਿ ਨਹੀਂ। ਮੈਂ ਸਾਰੀਆਂ ਸੁਣੀਆਂ ਆ ਬੜੇ ਧਿਆਨ ਨਾਲ। ਮੈਂ ਮੋਦੀ ਦਾ ਵੀ ਜਿਹੜੀ ਸਪੀਚ ਸੀ ਸਾਰੀ ਸੁਣੀ ਆ। ਮੋਦੀ ਇੱਥੇ ਆ ਕੇ ਕਹਿੰਦਾ ਪਿਆ ਆ ਵੀ ਅਬ ਕੀ ਵਾਰ ਟਰੰਪ ਸਰਕਾਰ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤੁਹਾਨੂੰ ਕੰਮ ਪੁੱਠਾ ਪੈ ਜਾਣਾ ਆ ਵੀ ਤੁਸੀਂ ਇੰਟਰਫੇਰੈਂਸ ਕਰ ਰਹੇ ਆ USA ਦੀ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ। ਵੀ ਇੱਥੋਂ ਦੇ ਤੁਸੀਂ ਇੰਟਰਫੇਅਰ ਕਰ ਰਹੇ ਆ ਇਹਦੇ ਵਿੱਚ। ਤੇ ਨਾਲੇ ਇਹ ਜਿਹੜੇ ਚੱਡੀ ਧਾਰੀ ਉੱਥੇ ਮੋਦੀ ਨੂੰ ਪ੍ਰੇਜ਼ ਕਰਦੇ ਪਏ ਆ ਨਾ, ਤੁਸੀਂ ਇਹ ਸੋਚ ਲਓ ਵੀ ਅਮਰੀਕਾ ਦੇ ਵਿੱਚ ਨਾ ਤੁਸੀਂ ਇੱਥੇ ਘੱਟ ਗਿਣਤੀ ਦੇ ਵਿੱਚ ਆ। ਤੇ ਟਰੰਪ ਸਾਹਿਬ ਤਾਂ ਪਹਿਲਾਂ ਹੀ ਬਹੁਤ ਦੁਖੀ ਆ, ਫੜ ਫੜ ਕੇ ਚੜਾਉਣੇ ਆ। ਤੇ ਜੇ ਇੰਨਾ ਹੀ ਵਧੀਆ ਮੋਦੀ ਆ ਤੇ ਇੰਨਾ ਹੀ ਵਧੀਆ ਹਿੰਦੁਸਤਾਨ ਆ ਨਾ, ਤੇ ਤੁਸੀਂ ਇੱਥੇ ਅੰਬ ਲੈਣ ਆਏ ਆ। ਤੁਸੀਂ ਜਾਓ ਉੱਥੇ ਕਰੋ ਹਿੰਦੁਸਤਾਨ ਕੀ ਜੈ। ਇਹ ਦੂਰੇ ਚਿਹਰੇ ਨਹੀਂ ਚੱਲਣੇ। ਬਾਕੀ ਬਹੁਤ ਵਧੀਆ ਸੀ, ਮਤਲਬ ਜੋ ਕੁਝ ਵੀ ਬੋਲਿਆ ਗਿਆ ਆ ਦੁਨੀਆ ਨੇ ਸੁਣਿਆ ਆ ਤੇ ਦੁਨੀਆ ਨੂੰ ਪਤਾ ਲੱਗਿਆ ਆ। ਪਾਕਿਸਤਾਨ ਦਾ ਪੱਖ ਸਾਰਾ ਰੱਖਿਆ ਆ। ਪਾਕਿਸਤਾਨ PM ਇਮਰਾਨ ਖਾਨ ਦੀ ਇਮੇਜ ਇਹੋ ਜੀ ਬਣੀ ਆ ਵੀ ਇਹ ਬੰਦਾ ਲੜਾਈ ਕਰਨ ਵਾਸਤੇ ਨਹੀਂ ਕਹਿ ਰਿਹਾ। ਦੁਨੀਆ ਦੇ ਵਿੱਚ ਇੰਡੀਆ ਦਾ ਚਿਹਰਾ ਨੰਗਾ ਹੋਇਆ ਆ। ਦੁਨੀਆ ਨੂੰ ਪਤਾ ਲੱਗਿਆ ਆ ਵੀ ਵਾਰ ਮੌਂਗਰਿੰਗ ਕੌਣ ਕਰਦਾ ਆ। ਹਿੰਦੁਸਤਾਨ ਦਾ ਮੀਡੀਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਗੱਲਾਂ ਚੱਲਦੀਆਂ ਆ ਵੀ ਪਾਕਿਸਤਾਨ ਇਹ ਹੈ, ਪਾਕਿਸਤਾਨ ਉਹ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਠਦਿਆਂ ਨਾਲ ਪਹਿਲਾ ਝੂਠ ਬੋਲਣਾ ਆ, ਸੌਣ ਲੱਗਿਆਂ ਅਖੀਰਲਾ ਝੂਠ ਬੋਲਣਾ ਆ। ਸਾਰੀ ਦਿਹਾੜੀ ਮੀਡੀਆ ਦੇ ਉੱਤੇ ਕੋਈ ਹੋਰ ਦੂਜੀ ਗੱਲ ਹੀ ਨਹੀਂ ਹੈਗੀ। ਤੇ ਕਸ਼ਮੀਰੀ ਤਾਂ ਇਹਨਾਂ ਨੂੰ ਇਨਸਾਨ ਲੱਗਦੇ ਹੀ ਨਹੀਂ। ਇਹ ਆਪਦਾ ਜ਼ਮੀਨ ਤੇ ਹੱਕ ਜਮਾਉਂਦੇ ਆ। ਉਂਝ ਕਸ਼ਮੀਰੀ ਲੋਕਾਂ ਦਾ ਇਹ ਨਹੀਂ ਸਮਝਦੇ ਵੀ ਕੋਈ ਉਹਦੇ ਤੇ ਹੱਕ ਹੈਗਾ ਆ। ਇਹ ਬਿਨਾਂ ਗੱਲ ਤੋਂ ਹੀ ਕਸ਼ਮੀਰ ਦੇ ਮਾਮੇ ਬਣੇ ਹੋਏ ਆ। ਕਸ਼ਮੀਰ ਕਸ਼ਮੀਰੀਆਂ ਦਾ ਆ। ਇਹ ਉਹਨਾਂ ਨੇ ਫੈਸਲਾ ਕਰਨਾ ਉਹਨਾਂ ਨੇ ਕਿੱਧਰ ਜਾਣਾ ਆ। ਉਹਨਾਂ ਨੇ ਆਜ਼ਾਦ ਰਹਿਣਾ ਆ, ਉਹਨਾਂ ਨੇ ਪਾਕਿਸਤਾਨ ਨਾਲ ਜਾਣਾ ਆ ਜਾਂ ਉਹਨਾਂ ਨੇ ਇੰਡੀਆ ਨਾਲ ਰਹਿਣਾ ਆ। ਤੇ ਖਾਨ ਸਾਹਿਬ ਨੇ ਦੱਸਿਆ ਵੀ ਹਾਂ ਤੁਸੀਂ ਕਰਫਿਊ ਚੁੱਕੋਗੇ ਤੇ ਕੀ ਕੁਝ ਹੋਊਗਾ। ਉਹਨਾਂ ਦੀ ਤਰਾਸਦੀ ਇਹ ਆ, ਇੱਕ ਕਿੰਨੀ ਬਦਕਿਸਮਤੀ ਆ ਉਹਨਾਂ ਦੀ। ਜੇ ਉਹ ਮਜ਼ਾਰੇ ਵੀ ਕਰਦੇ ਆ ਨਾ ਤੇ ਜਦੋਂ ਪਾਇਲਟ ਗਨ ਦੇ ਸ਼ਿਕਾਰ ਹੋ ਜਾਂਦੇ ਆ, ਜਦੋਂ ਕੋਈ ਨਾ ਕੋਈ ਜ਼ਖਮੀ ਹੋ ਜਾਂਦਾ, ਉਹ ਹਸਪਤਾਲ ਵੀ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਆ ਵੀ
ਹਸਪਤਾਲ ਤੋਂ ਬਾਅਦ ਚੁੱਕ ਕੇ ਸਿੱਧਾ ਜੇਲ੍ਹ ਲੈ ਕੇ ਜਾਣਾ ਆ ਵੀ ਹਾਂ ਵੀ ਭਾਈ ਤੂੰ ਕਿਉਂ ਮੁਜ਼ਾਹਰੇ ਦੇ ਵਿੱਚ ਆਇਆ। ਇਹ ਜਿਹੜੀਆਂ ਜਾਤੀਆਂ ਆ ਇਹ ਜ਼ਿਆਦਾ ਚਿਰ ਨਹੀਂ ਚੱਲਣੀਆਂ। ਦੁਨੀਆ ਨੂੰ ਪਤਾ ਲੱਗ ਗਿਆ ਆ ਕੌਣ ਟੈਰੋਰਿਜ਼ਮ ਫੈਲਾ ਰਿਹਾ ਆ ਤੇ ਕੌਣ ਸ਼ਾਂਤੀ ਦੀ ਗੱਲ ਕਰ ਰਿਹਾ ਆ। PM ਇਮਰਾਨ ਖਾਨ ਨੇ ਜ਼ੋਰ ਲਾ ਲਿਆ, ਆਜੋ ਗੱਲ ਕਰੋ, ਆਜੋ ਬਹਿ ਜਾਓ। ਤੇ ਤੁਸੀਂ ਇਲੈਕਸ਼ਨ ਦੇ ਵਿੱਚ ਇਹੋ ਜਿਹੀਆਂ ਸਪੀਚਾਂ ਕਰਦੇ ਪਏ ਆ। ਅਸੀਂ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ। ਪਾਕਿਸਤਾਨ ਨੇ ਡਰਦਿਆਂ ਨੇ ਅਭਿਨੰਦਨ ਨੂੰ ਦੇ ਦਿੱਤਾ। ਸਭ ਨੂੰ ਪਤਾ ਆ ਕੌਣ ਡਰਿਆ ਸੀ ਤੇ ਕਿਵੇਂ ਅਭਿਨੰਦਨ ਆਇਆ ਆ। ਕੁਲਭੂਸ਼ਣ ਨੂੰ ਲੈ ਆਓ, ਜੇ ਪਾਕਿਸਤਾਨ ਡਰਦਾ ਆ ਤੇ ਕੁਲਭੂਸ਼ਣ ਨੂੰ ਲੈ ਆਓ, ਹੁਣ ਲੱਗ ਜੂਗਾ ਪਤਾ। ਇੰਨੇ ਬੇਸ਼ਰਮ ਲੋਕ ਆਏ, ਕੋਈ ਅਕਲ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇੱਥੇ ਅਜੇ ਥੋੜੇ ਦਿਨ ਹੋਏ ਆ, ਕਿਸੇ ਗੋਰੇ ਨੇ, ਕੋਈ ਗੋਰਾ ਸਟੋਰ ਤੇ ਆਇਆ ਤੇ ਉਹਨੇ ਨਾਰਮਲ ਗੱਲ ਕੀਤੀ ਵੀ ਕਸ਼ਮੀਰ ਦੇ ਵਿੱਚ ਕੀ ਹਾਲਾਤ ਆ। ਉੱਥੇ ਜਿਹੜਾ ਰਜਿਸਟਰ ਤੇ ਖਲੋਤਾ ਸੀ ਨਾ, ਉਹ ਪਤਾ ਨਹੀਂ ਹਰਿਆਣੇ ਦਾ ਸੀ ਜਾਂ ਗੁਜਰਾਤ ਦਾ ਸੀ, ਤੇ ਉਹ ਕਹਿੰਦਾ ਮੋਦੀ ਜਿੰਦਾਬਾਦ। ਉਹਨੇ ਉਹ ਬੇਇੱਜ਼ਤੀ ਕੀਤੀ। ਉਹਨੇ ਰਿਅਲਾਈਜ਼ ਕਰਾਇਆ ਵੀ ਤੁਸੀਂ ਇੱਥੇ ਮਿਨੋਰਟੀ ਦੇ ਵਿੱਚ ਆ। ਤੇ ਇਹ ਹਿਸਾਬ ਲਾ ਲਓ ਵੀ ਜੇ ਕਸ਼ਮੀਰੀਆਂ ਤਰ੍ਹਾਂ ਅਸੀਂ ਐਵੇਂ ਕਰਨ ਲੱਗ ਪਏ ਨਾ ਤੇ ਫਿਰ ਕਿੱਧਰ ਜਾਏਗਾ। ਫਿਰ ਉਹਨੇ ਮਾਫੀ ਮੰਗਾਈ ਆਨਲਾਈਨ ਵੀਡੀਓ ਬਣਾ ਕੇ। ਇਹ ਆ ਤੁਹਾਡੀਆਂ ਕਰਤੂਤਾਂ। ਜੇ ਇੰਨਾ ਵਧੀਆ ਹਿੰਦੁਸਤਾਨ ਆ ਨਾ, ਉੱਥੇ ਸਾਰਾ ਕੁਝ ਠੀਕ ਆ ਤੇ ਇੱਥੇ ਧੱਕੇ ਖਾਣ ਦੀ ਲੋੜ ਨਹੀਂ। ਜਾਓ ਉੱਥੇ। ਓਕੇ ਜੀ, ਰੱਬ ਰੱਖਾ। ਅੱਜ ਨਾ ਮੇਰੇ ਕੋਈ ਪ੍ਰੋਬਲਮ ਆ ਨੈਟਵਰਕ ਦੇ ਵਿੱਚ, ਪਤਾ ਨਹੀਂ ਹੁਣ ਤੁਹਾਨੂੰ ਮੇਰੀ ਗੱਲ ਸਾਰੀ ਸੁਣੀ ਵੀ ਕਿ ਨਹੀਂ, ਤੇ ਫਿਰ ਗੱਲ ਕਰਾਂਗੇ। ਓਕੇ।